ਤੇ ਕਿਰਾਏ ਤੇ ਸ਼ੈਲਟਰ ਲਿੱਤਾ ਹੋਇਆ ਹੈ ਤੇ ਸਾਨੂੰ ਜਦੋਂ ਵੀ ਕੋਈ ਇੰਜਰਡ ਐਨੀਮਲ ਮਿਲਦਾ ਹੈ ਉਹਨੂੰ ਆਪਣੇ ਕੋਲ ਲਿਆ ਕੇ ਜਦੋਂ ਉਹ ਠੀਕ ਹੋ ਜਾਂਦਾ, ਚਾਹੇ ਹਫ਼ਤੇ ਬਾਅਦ ਹੋਏ 10 ਦਿਨ ਬਾਅਦ, ਉਹਨੂੰ ਉੱਥੇ ਹੀ ਰੀਲੋਕੇਟ ਕਰ ਦਿੰਦੇ ਜਿੱਥੋਂ ਲੈ ਕੇ ਆਏ ਨੇ। ਸੜਕਾਂ ਤੇ ਦੇਖ ਕੇ ਸਾਨੂੰ ਬਹੁਤ ਲੋਕ ਇਦਾਂ ਵੀ ਕਹਿੰਦੇ ਨੇ ਕਿ ਇਹ ਨੌਜਵਾਨ ਪੀੜ੍ਹੀ ਹੈ ਤੇ ਕਿੱਥੇ ਸੜਕਾਂ ਤੇ ਕਦੇ ਕੁੱਤੇ ਚੱਕਦੇ ਫਿਰਦੇ ਨੇ, ਜ਼ਖਮੀ ਕਦੇ ਗਾਇਆਂ ਦਾ ਇਲਾਜ ਕਰਦੇ ਫਿਰਦੇ ਨੇ, ਪਰ ਸਾਡਾ ਹੌਸਲਾ ਨਹੀਂ ਕਦੇ ਵੀ ਟੁੱਟਦਾ। ਅਸੀਂ 10 ਸਾਲ 'ਚ ਘੱਟੋ ਘੱਟ 5000 ਜਾਨਵਰਾਂ ਦਾ ਇਲਾਜ ਕਰ ਚੁੱਕੇ ਹੋਣੇ ਜੀ। ਅਸੀਂ ਕਦੇ ਵੀ ਕਿਸੇ ਨੂੰ ਵੀ ਇਹ ਪਿੰਜਰੇ 'ਚ ਬੰਦ ਕਰਨ ਲਈ ਨਹੀਂ ਕਹਿੰਦੇ। ਅਸੀਂ ਲੋਕਾਂ ਨੂੰ ਵੀ ਅਪੀਲ ਆਪਣੇ ਮੈਸੇਜ ਰਾਹੀਂ ਇਹੀ ਪਾਉਂਦੇ ਨੇ ਕਿ ਕਿਸੇ ਨੇ ਵੀ ਆਪਣੇ ਘਰ 'ਚ ਕੋਈ ਵੀ ਪੰਛੀ ਪਿੰਜਰੇ 'ਚ ਰੱਖਿਆ ਹੋਇਆ ਤੇ ਉਹਨੂੰ ਨਾ ਰੱਖੋ, ਉਹਨੂੰ ਖੁੱਲ੍ਹੇ ਆਸਮਾਨ 'ਚ ਹੀ ਉਡਾਓ, ਕਿਉਂਕਿ ਇਹ ਪ੍ਰਾਕਿਰਤਿਕ ਉਹਨਾਂ ਦਾ ਘਰ ਹੈ ਤੇ ਪਿੰਜਰਾ ਉਹਨਾਂ ਦਾ ਘਰ ਨਹੀਂ। ਸਭ ਤੋਂ ਜ਼ਿਆਦਾ ਸੀਰੀਅਸ ਕੇਸ ਹੋਏ ਪਹਿਲਾਂ ਅਸੀਂ ਉਹਨੂੰ ਫੜੀਏ ਤੇ ਉਹਨੂੰ ਠੀਕ ਕਰਕੇ ਹੀ ਅਗਲਾ ਨਵਾਂ ਕੇਸ ਫੜੀਏ, ਚਾਹੇ ਸਾਨੂੰ ਕੋਈ ਨਵੇਂ ਕੇਸ ਦੀ ਕੋਲ ਆ ਜੇ, ਪਰ ਅਸੀਂ ਜਦੋਂ ਤੱਕ ਪੁਰਾਣਾ ਨਾ ਠੀਕ ਕਰੀਏ ਤਾਂ ਕਰਕੇ ਅਸੀਂ ਨਵੇਂ 'ਚ ਉਲਝਦੇ ਨਹੀਂ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਆਪਣੇ ਲਈ ਤਾਂ ਹਰ ਕੋਈ ਜਿੰਦਾ ਹੈ। ਇਨਸਾਨੀਅਤ ਉਹ ਹੁੰਦੀ ਹੈ ਜਦੋਂ ਕੋਈ ਇਨਸਾਨ ਦੂਸਰਿਆਂ ਦੇ ਲਈ ਜਿੰਦਾ ਹੈ ਤੇ ਉਹ ਵੀ ਬੇਜ਼ੁਬਾਨਾਂ ਦੇ ਲਈ। ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਇਨਸਾਨ ਦੇ ਨਾਲ ਕਰਵਾਵਾਂਗੇ ਜੋ ਪਿਛਲੇ ਕਈ ਸਾਲਾਂ ਤੋਂ 10-15 ਸਾਲਾਂ ਤੋਂ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰ ਰਿਹਾ ਹੈ, ਉਹਨਾਂ ਦੇ ਟ੍ਰੀਟਮੈਂਟ ਕਰ ਰਿਹਾ ਹੈ। ਮੇਰੇ ਨਾਲ ਇਸ ਵਕਤ ਭਰਤ ਮੌਜੂਦ ਨੇ ਜੋ ਇੱਕ ਆਰਗੇਨਾਈਜੇਸ਼ਨ ਚਲਾ ਰਹੇ ਨੇ, ਬੰਦੇ ਮਾਤਰਮ ਦਲ, ਜਿਸ ਦੇ ਤਹਿਤ ਇਹਨਾਂ ਨੇ ਕਈ ਜਾਨਵਰ ਜਿਹਦੇ ਵਿੱਚ ਡੌਗਸ ਹੋ ਗਏ ਜਾਂ ਹੋਰ ਜਾਨਵਰ, ਪੰਛੀ, ਬਾਜ, ਮੋਰ ਜਾਂ ਹੋਰ ਵੱਖ-ਵੱਖ ਜਾਨਵਰਾਂ ਨੂੰ ਟ੍ਰੀਟਮੈਂਟ ਦੇ ਚੁੱਕੇ ਨੇ, ਉਹਨਾਂ ਨੂੰ ਪੰਖ ਦੇ ਚੁੱਕੇ ਨੇ, ਉਹਨਾਂ ਨੂੰ ਪ੍ਰਵਾਸ ਦੇ ਚੁੱਕੇ ਨੇ ਤੇ ਕਈ ਡੌਗਸ ਦੇ ਜਿਹੜਾ ਟ੍ਰੀਟਮੈਂਟ ਕਰ ਚੁੱਕੇ ਨੇ। ਇਸ ਵਕਤ ਮੇਰੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਬਿਲਕੁਲ, ਮੈਂ ਬੰਦੇ ਮਾਤਰਮ ਦਲ ਦੀ ਟੀਮ ਦੀ ਵੱਲੋਂ ਸ਼ੈਸ਼ਵ ਨਾਗਰਾ ਜੀ ਦਾ ਤੇ ਰੋਜ਼ਾਨਾ ਸਪੋਕਸਮੈਨ ਚੈਨਲ ਦਾ ਧੰਨਵਾਦ ਕਰਦਾ ਜੋ ਅੰਬਾਲੇ ਹਰਿਆਣੇ 'ਚ ਆ ਕੇ ਸਾਡੇ सेवा नू अपने चैनल पे दिखा रहे हैं। मैं धन्यवाद करता हूँ थोड़ा। पर पहली बार कब हुआ था ये कि आपके दिमाग में ये आया कि इस तरीके से मैं जानवरों में प्यार, ये आपके जो शुरुआत कैसे हुई इस चीज़ की? जी 2012 के अंदर सर्दियों के अंदर मैं और मेरा एक दोस्त यही नहीं अनाज मंडी अम्बाला शहर के पास से जा रहे थे कि हमारे सामने एक गाय का एक्सीडेंट हुआ। तो जब हमने रुक के देखा तो गाय के सिर में से बहुत ज़्यादा ब्लड आ रहा था। तो हमने ना वहाँ से प्राथमिक उपचार फर्स्ट एड की मेडिकल की दवाई से लेकर उसका उपचार किया। लगभग हमने 2 दिन उसका सर्दियों में इलाज किया। तीसरे दिन वो गाय बिल्कुल ठीक हो गई थी और उठ के चल पड़ी। उसका जो जख्म था वो धीरे धीरे भर गया था 3-4 दिन में। तो हमें अच्छा महसूस हुआ। तो हमने कोशिश की कि क्यों ना इसको एक ऑर्गेनाइजेशन बनाया जाए, एक संस्था बनाकर जानवरों की सेवा की जाए। तब से 2012 से लगातार आज तक हमारी टीम जो है सड़कों पे बेजुबानों की सेवा कर रही है। मैं हाल ही ਦੇ ਵਿੱਚ ਨਾ ਇੱਕ ਵੀਡੀਓ ਦੇਖ ਰਿਹਾ ਸੀ, ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਇੱਕ ਜਾਨਵਰ ਹੈ, ਕੋਈ ਗਾਂ ਹੁੰਦੀ ਹੈ, ਉਹ ਜਾਰੀ ਹੁੰਦੀ ਹੈ ਤਾਂ ਉਸ ਨੂੰ ਬਾਰਿਸ਼ ਦੇ ਮੌਸਮ ਦੇ ਵਿੱਚ ਕਰੰਟ ਲੱਗਦਾ ਤਾਂ ਇੱਕ ਵਿਅਕਤੀ ਉਹਨੂੰ ਰੱਸਾ ਪਾ ਕੇ ਇਸ ਤਰੀਕੇ ਦੇ ਨਾਲ ਖਿੱਚਦਾ, ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਉਸ ਦੀ ਜਾਨ ਬਚਾ ਲੈਂਦਾ। ਜੀ ਬਿਲਕੁਲ, ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਨਿਊਜ਼, ਮੈਂ ਵੀ ਦੇਖੀ ਹੈ ਜੀ। ਕੱਲ ਉਹ ਨਿਊਜ਼ ਤੁਹਾਡੇ ਨਾਲ ਵੀ ਕਦੇ ਕੋਈ ਹੋਇਆ ਅਜਿਹਾ ਇਨਸੀਡੈਂਟ? ਜੀ ਬਿਲਕੁਲ, ਸਾਡੇ ਨਾਲ ਇਹ ਜਿਹਾ ਇੱਕ ਵਾਰ ਹੋਇਆ ਸੀ ਕਿ ਇੱਕ ਗੈਂ ਨੂੰ ਹਾਰਟ ਅਟੈਕ ਪੈ ਰਿਹਾ ਸੀਗਾ ਤੇ ਉਸ ਵੇਲੇ ਮੈਂ ਅੰਬਾਲਾ ਕੈਂਟ ਸੀ ਤੇ ਮੈਨੂੰ ਇੱਕਦਮ ਫੋਨ ਆਇਆ ਕਿ ਇਦਾਂ ਗਾਂ ਨੂੰ ਅਟੈਕ ਹੋ ਰਿਹਾ ਹੈ ਕਿ ਤੁਸੀਂ ਆ ਸਕਦੇ ਹੋ। ਮੈਂ ਕਿਸੇ ਬਹੁਤ ਜ਼ਰੂਰੀ ਕੰਮ ਆਪਣੇ ਪਿਤਾ ਜੀ ਨੂੰ ਡਾਕਟਰ ਕੋਲ ਦਿਖਾਉਣ ਜਾ ਰਿਹਾ ਸੀ ਤੇ ਮੈਂ ਇੱਦਾਂ ਹੋਇਆ ਕਿ ਮੇਰਾ ਦਿਲ ਨਹੀਂ ਮੰਨਿਆ। ਇੱਕ ਦਿਲ ਕਰਿਆ ਵੀ ਮੈਂ ਡੈਡੀ ਨੂੰ ਲੈ ਕੇ ਜਾਵਾਂ। ਫਿਰ ਮੈਂ ਡੈਡੀ ਨੂੰ ਬੱਸ ਸਟੈਂਡ ਤੇ ਉਤਾਰ ਕੇ ਵਾਪਸ ਗਏ ਲਈ ਆਇਆ ਐਮਰਜੈਂਸੀ। ਹਾਰਟ ਅਟੈਕ ਪੜਨੇ ਤੋਂ 15 ਮਿੰਟ ਹਾਰਡਲੀ 15 ਮਿੰਟ ਮੈਨੂੰ ਸਿਟੀ ਪਹੁੰਚਣੇ 'ਚ ਲੱਗੇ ਸੀ ਤੇ ਉਹ ਗੈਂ ਬਿਲਕੁਲ ਬਚ ਗਈ ਸੀ ਤੇ ਮੈਂ ਡੈਡੀ ਨੂੰ ਸੜਕ ਤੇ ਹੀ ਡ੍ਰੌਪ ਕਰਕੇ ਆ ਗਿਆ ਸੀ। ਤੇ ਫਿਰ ਬਾਅਦ ਜੀ ਬਿਲਕੁਲ ਗੈਂ ਬਿਲਕੁਲ ਠੀਕ ਹੋ ਗਈ ਸੀ ਤੇ ਸਾਨੂੰ ਅਗਲੇ ਦਿਨ ਫੋਨ ਆਇਆ ਕਿ ਉਹ ਗੈਂ ਜਿਹੜੀ ਸੀਗੀ ਉਹ ਤੁਹਾਡੀ ਮਦਦ ਨਾਲ ਬਚ ਗਈ ਹੈ ਜੀ। ਇਸ ਤੋਂ ਇਲਾਵਾ ਹੋਰ ਕਿਹੜੇ ਜਾਨਵਰਾਂ ਦੇ ਜਿਹੜਾ ਤੁਸੀਂ ਟ੍ਰੀਟਮੈਂਟ ਕਰ ਚੁੱਕੇ ਹੋ? ਜੀ ਬਿਲਕੁਲ, ਅਸੀਂ ਪਿਛਲੇ 10 ਸਾਲਾਂ ਤੋਂ ਸਟ੍ਰੇ ਐਨੀਮਲ ਜਿੰਨੇ ਵੀ ਹੁੰਦੇ ਨੇ, ਇਹ ਗਾਂ ਹੋ ਗਈ, ਨੰਦੀ ਹੋ ਗਏ, ਡੌਗ ਹੋ ਗਏ, ਜਿੰਨੇ ਵੀ ਇੰਜਰਡ ਐਨੀਮਲ ਹੁੰਦੇ ਨੇ ਤੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਨੇ। ਉਸ ਤੋਂ ਇਲਾਵਾ ਅਸੀਂ ਵਾਈਲਡ ਐਨੀਮਲ ਜਿਵੇਂ ਕਿ ਨੀਲ ਗਾਂ ਹੋ ਗਈ, ਰੋਜ਼ ਹੋ ਗਏ, ਮੋਰ ਹੋ ਗਏ, ਬਾਜ, ਚੀਲ, ਜਿੰਨੇ ਵੀ ਸਾਨੂੰ ਅੰਬਾਲੇ ਸ਼ਹਿਰ ਦੇ ਲਾਗੋਂ 20-30 ਕਿਲੋਮੀਟਰ ਦੇ ਲਾਗੋਂ ਕੋਈ ਫੋਨ ਆਉਂਦਾ ਤੇ ਅਸੀਂ ਉੱਥੇ ਪਹੁੰਚ ਕੇ ਜੇ ਤਾਂ ਉੱਥੇ ਹੀ ਉਪਚਾਰ ਕਰਨ ਵਾਲਾ ਹੁੰਦਾ ਫਸਟ ਐਡ ਦੇ ਦਿੱਤੀ ਜਾਂਦੀ ਹੈ। ਜੇ ਕੋਈ ਜ਼ਿਆਦਾ
ਘਾਇਲ ਕੋਈ ਸਾਨੂੰ ਜਾਨਵਰ ਮਿਲਦਾ ਹੈ ਤੇ ਉਹ ਅਸੀਂ ਇੱਥੇ ਸ਼ੈਲਟਰ ਤੇ ਲਿਆਉਂਦੇ ਆ ਤੇ ਜਿੰਨਾ ਚਿਰ ਉਹ ਠੀਕ ਨਹੀਂ ਹੁੰਦਾ ਉਹਦਾ ਖਾਣਾ ਪੀਣਾ ਤੇ ਉਹਦੇ ਇਲਾਜ ਅਸੀਂ ਕਰਵਾਉਂਦੇ ਆ। ਉਸ ਤੋਂ ਬਾਅਦ ਉਹਨੂੰ ਫਿਰ ਅੱਛਾ, ਬਾਜ ਦਾ ਵੀ ਟ੍ਰੀਟਮੈਂਟ ਕੀਤਾ ਤੁਸੀਂ, ਕੀ ਹੋਇਆ ਸੀ? ਜੀ ਬਿਲਕੁਲ, ਇੱਕ ਵਾਰ ਸਾਨੂੰ 에ਅਰਫੋਰਸ ਸਟੇਸ਼ਨ ਹੈਗਾ ਜੀ ਅੰਬਾਲਾ ਕੈਂਟ, ਉੱਥੋਂ ਇੱਕ ਕਾਲ ਆਈ ਹੈ ਮੈਨੂੰ, ਮੇਰੇ ਦੋਸਤ ਨੇ 에ਅਰਫੋਰਸ 'ਚ, ਉਹਨਾਂ ਦਾ ਫੋਨ ਆਇਆ ਕਿ ਸਾਡੇ 에ਅਰਫੋਰਸ ਸਟੇਸ਼ਨ ਦੇ ਅੰਦਰ ਇੱਕ ਬਾਜ ਹੈ ਜੋ ਕਿ ਉੜ ਨਹੀਂ ਪਾ ਰਿਹਾ। ਤੇ ਮੈਨੂੰ ਜਿੱਦਾਂ ਹੀ ਕਾਲ ਆਈ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਉਹ ਹੈਂਡਓਵਰ ਕੀਤਾ ਤੇ ਅਸੀਂ ਉਹਦਾ ਰੈਸਕਿਊ ਕਰਨ ਤੋਂ ਬਾਅਦ ਬਾਜ ਥੋੜੇ ਦਿਨ ਆਪਣੇ ਕੋਲ ਰੱਖਿਆ। ਜਦੋਂ ਸਾਨੂੰ ਲੱਗਿਆ ਕਿ ਉਹ ਉੜ ਨਹੀਂ ਪਾ ਰਿਹਾ, ਫਿਰ ਅਸੀਂ ਡਾਕਟਰ ਮਨਜੀਤ ਰਾਜਪੁਰਾ ਕੋਲ ਉਸ ਬਾਜ ਨੂੰ ਲੈ ਕੇ ਗਏ ਸੀ। ਅਸੀਂ ਉਹਦਾ ਨਾਮ ਉਸ ਦੌਰਾਨ ਆਪਣੇ ਪੋਸਟਾਂ ਤੇ ਗੁਰਬਾਜ ਰੱਖਤਾ ਸੀ, ਬੜਾ ਫੇਮਸ ਹੋਇਆ ਸੀ, ਲੋਕਾਂ ਨੇ ਬਹੁਤ ਪਸੰਦ ਕੀਤੀ ਸਾਡੀ ਉਹ ਸੇਵਾ। ਪੁਰਾਣੀ ਗੱਲ ਹੈ ਜੀ ਬਿਲਕੁਲ, ਆਹ ਲਾਸਟ 4 ਮਹੀਨੇ ਪੁਰਾਣੀ ਗੱਲ ਹੈ। ਤੇ ਫਿਰ ਅਸੀਂ ਉਸ ਬਾਜ ਦਾ ਐਕਸਰੇ ਕਰਾਇਆ ਤੇ ਟੈਸਟ ਵਗੈਰਾ ਕਰਾਏ ਤੇ ਐਕਸਰੇ ਵਿੱਚ ਉਹਦਾ ਰਾਈਟ ਜੋ ਵਿੰਗ ਸੀਗਾ, ਪੰਖ ਸੀਗਾ, ਉਹਦਾ ਨਾ ਇੱਕ ਫ੍ਰੈਕਚਰ ਸੀਗਾ ਮਾਈਨਰ ਜਿਹਾ। ਤੇ ਡਾਕਟਰ ਸਾਹਿਬ ਨੇ ਸਾਨੂੰ ਫਿਰ ਕਿਹਾ ਵੀ ਇਹਦਾ ਸਮਾਨ ਆਊਗਾ ਤੇ ਆਪਰੇਸ਼ਨ ਦਾ ਤੇ ਦੁਬਾਰਾ ਫਿਰ ਉੜ ਸਕਦਾ ਹੈ। ਤੇ ਅਸੀਂ ਡਾਕਟਰ ਸਾਹਿਬ ਨੂੰ ਕਹਿੰਦਾ ਵੀ ਜਿੰਨਾ ਵੀ ਖਰਚਾ ਆਊਗਾ ਉਸ ਬਾਜ ਲਈ, ਗੁਰਬਾਜ ਜਿਹਦਾ ਆਪਾਂ ਨੇ ਨਾਮ ਰੱਖਿਆ ਸੀ, ਵੀ ਤੁਸੀਂ ਕਰੋ। ਤੇ ਉਹਨਾਂ ਨੇ ਸਫਲ ਆਪਰੇਸ਼ਨ ਕੀਤਾ ਸੀ ਤੇ ਬਾਜ ਸਾਡੇ ਕੋਲ 45 ਡੇਜ਼ ਰਿਹਾ ਸੀ। ਗੁਰਬਾਜ ਨੇ ਫਿਰ ਉਡਾਨ ਭਰੀ ਸੀ? ਜੀ ਬਿਲਕੁਲ, ਗੁਰਬਾਜ ਨੇ ਉਡਾਨ ਭਰੀ। ਸਾਨੂੰ ਬਹੁਤ ਲੋਕਾਂ ਦੇ ਫੋਨ ਵੀ ਆਏ ਕਿ ਸਾਨੂੰ ਕੋਈ ਇਹ ਰੱਖਣਾ ਹੈਗਾ, ਸਾਨੂੰ ਦੇ ਦਿਓ, ਅਸੀਂ ਪਾਲ ਲਾਂਗੇ, ਪਰ ਅਸੀਂ ਨਹੀਂ, ਅਸੀਂ ਕਿਹਾ ਕਿ ਇਹਨੂੰ ਅਸੀਂ ਖੁੱਲੇ ਆਸਮਾਨ ਤੋਂ ਮੈਂ ਬਿਲਕੁਲ ਇਹ ਵੀ ਚੀਜ਼ ਦੇਖ ਰਿਹਾ ਕਿ ਤੁਹਾਡੇ ਕੋਲੇ ਹੁਣ ਵੀ ਜਿਹੜੇ ਡੌਗਸ ਨੇ 5-7 ਹੀ ਨੇਗੇ, ਹੋਰ ਕੋਈ ਜਾਨਵਰ ਨਹੀਂ ਹੈ। ਤੁਸੀਂ ਇਹਨਾਂ ਨੂੰ ਉਸ ਤੋਂ ਬਾਅਦ ਆਪਣੇ ਕੋਲ ਨਹੀਂ ਰੱਖਦੇ, ਜਿੱਥੋਂ ਲੈ ਕੇ ਆਏ ਨੇ ਉਹ ਛੱਡ ਦਿੰਦੇ? ਜੀ ਬਿਲਕੁਲ, ਅਸੀਂ ਸ਼ੁਰੂ ਤੋਂ ਹੀ 10 ਸਾਲਾਂ ਤੋਂ ਇਹੀ ਸੇਵਾ ਕਰ ਰਹੇ ਹਾਂ। ਅਸੀਂ ਇੱਕ ਕਿਰਾਏ ਤੇ ਸ਼ੈਲਟਰ ਲਿੱਤਾ ਹੋਇਆ ਹੈ ਤੇ ਸਾਨੂੰ ਜਦੋਂ ਵੀ ਕੋਈ ਇੰਜਰਡ ਐਨੀਮਲ ਮਿਲਦਾ ਹੈ ਉਹਨੂੰ ਆਪਣੇ ਕੋਲ ਲਿਆ ਕੇ, ਜਦੋਂ ਉਹ ਠੀਕ ਹੋ ਜਾਂਦਾ, ਚਾਹੇ ਹਫਤੇ ਬਾਅਦ ਹੋਏ 10 ਦਿਨ ਬਾਅਦ, ਉਹਨੂੰ ਉੱਥੇ ਹੀ ਰੀਲੋਕੇਟ ਕਰ ਦਿੰਦੇ ਜਿੱਥੋਂ ਲੈ ਕੇ ਆਏ ਨੇ। ਤੇ ਆਪਣੇ ਕੋਲ ਰੱਖਦੇ ਨਹੀਂ ਹੈਗੇ ਕੋਈ ਵੀ ਅਸੀਂ ਡੋਗ। ਜੇ ਕੋਈ ਜ਼ਿਆਦਾ ਹੀ ਮਾੜੀ ਹਾਲਤ ਵਾਲਾ ਡੋਗ ਹੁੰਦਾ ਉਹਨੂੰ ਰੱਖਦੇ ਨੇ, ਵਰਨਾ ਅਸੀਂ ਜਿੱਥੋਂ ਵੀ ਕੋਈ ਵੀ ਪਸ਼ੂ ਪਕਸ਼ੀ ਲੈ ਕੇ ਆਉਂਦੇ ਉੱਥੇ ਹੀ ਵਾਪਸ ਛੱਡ ਦਿੰਦੇ ਠੀਕ ਹੋਣ ਤੋਂ ਬਾਅਦ ਜੀ। ਅੱਛਾ, ਬਾਜ ਤੋਂ ਇਲਾਵਾ ਹੋਰ ਪੰਛੀ ਕਿਹੜੇ ਤੁਸੀਂ ਟ੍ਰੀਟ ਕੀਤੇ? ਜੀ ਬਿਲਕੁਲ, ਸਾਡਾ ਰਾਸ਼ਟਰੀ ਪੰਛੀ ਮੋਰ ਦਾ ਅਸੀਂ ਕਈ ਵਾਰ ਇਲਾਜ ਕਰ ਚੁੱਕੇ ਹਾਂ। ਜਿੱਦਾਂ ਵੀ ਸਾਨੂੰ ਕੋਈ ਕਾਲ ਆਉਂਦੀ ਹੈ ਤੇ ਕੋਇਲ ਹੋ ਗਈ, ਪੰਛੀ ਹੋ ਗਏ, ਤੇ ਵਾਈਲਡ ਐਨੀਮਲ 'ਚ ਬੰਦਰ ਹੋ ਗਿਆ, ਰੋਜ਼, ਨੀਲ ਗਾਏ। ਇੱਕ ਵਾਰ ਸਾਡੇ ਕੋਲ 2016 'ਚ ਹਿਰਨ ਦਾ ਛੋਟਾ ਬੱਚਾ ਆਇਆ ਸੀਗਾ ਤੇ ਉਹ ਅਸੀਂ 3 ਜਾਂ 4 ਦਿਨ ਆਪਣੇ ਕੋਲ ਰੱਖਿਆ ਸੀ, ਫਿਰ ਉਹਨੂੰ ਦੁਬਾਰਾ ਵਾਈਲਡ ਐਨੀਮਲ ਨੂੰ ਦਿੱਤਾ। ਫਿਰ ਇਹਨਾਂ ਸਾਰਿਆਂ ਨੂੰ ਜਿਸ ਤਰੀਕੇ ਦੇ ਨਾਲ ਬਾਜ ਤਾਂ ਫਿਰ ਨੌਨ ਵੈਜ ਹੀ ਖਾਂਦਾ ਤੇ ਇਹ ਵੀ ਕਿਹਾ ਜਾਂਦਾ ਕਿ ਉਹ ਆਪ ਸ਼ਿਕਾਰ ਕਰਕੇ ਖਾਂਦਾ, ਫਿਰ ਇੱਥੇ ਉਹਦਾ ਖਾਣਾ ਪੀਣਾ ਕਿੱਦਾਂ ਚੱਲਦਾ ਸੀ? ਮੋਰ ਦਾ ਖਾਣਾ ਪੀਣਾ ਕਿਵੇਂ ਚੱਲਦਾ ਸੀਗਾ? ਜੀ ਬਿਲਕੁਲ, ਜਿੱਦਾਂ ਕਿ ਬਾਜ ਹੈ ਉਹ ਹਮੇਸ਼ਾ ਨੌਨ ਵੈਜ ਹੀ ਖਾਂਦਾ ਹੈ। ਸਾਡੀ ਟੀਮ ਦੇ ਇੱਕ ਮੈਂਬਰ ਦੀ ਅਸੀਂ ਡਿਊਟੀ ਲਾਈ ਸੀਗੀ। ਵੈਸੇ ਤਾਂ ਉਹ ਆਪਣਾ ਸ਼ਿਕਾਰ ਖੁਦ ਮਾਰ ਕੇ ਖਾਂਦਾ ਹੈ, ਪਰ ਅਸੀਂ ਉਹਦੇ ਲਈ ਨੌਨ ਵੈਜ ਤਾਜ਼ਾ ਕਟਵਾ ਕੇ ਲੈ ਕੇ ਆਉਂਦੇ ਸੀ ਤੇ ਉਹ ਬਾਜ 45 ਦਿਨ ਸਾਡੇ ਕੋਲ ਰਿਹਾ ਸੀ ਤੇ 45 ਦਿਨ ਉਹਦੇ ਖਾਣੇ ਪੀਣ ਦੀ ਵਿਵਸਥਾ ਪੂਰਾ ਨੌਨ ਵੈਜ ਹੀ ਕਰਦਾ, ਜੋ ਵੈਜ ਕੋਈ ਵੀ ਨਹੀਂ ਖਾ। ਅਸੀਂ ਕੋਸ਼ਿਸ਼ ਕੀਤੀ ਸੀ ਉਹਨੂੰ ਬੜੀਆਂ ਦੇਣ ਦੀ, ਪਰ ਉਹਨੇ ਨਹੀਂ ਖਾਈ, ਉਹ ਨੌਨ ਵੈਜ ਨਹੀਂ, ਬਿਲਕੁਲ ਵੀ ਨਹੀਂ ਖਾਈ ਜੀ ਉਹਨੇ। ਅੱਛਾ, ਤੇ ਉਸ ਤੋਂ ਬਾਅਦ ਤੁਸੀਂ ਕਿੱਥੇ ਛੱਡ ਕੇ ਆਏ ਫਿਰ? ਜੀ ਬਿਲਕੁਲ, ਉਹਨੂੰ ਅਸੀਂ ਇੱਥੇ ਘੇਲ ਨਦੀ ਦਾ ਜੰਗਲ ਹੈਗੀ ਸਾਡੇ ਲਵੇ ਤੇ ਅਸੀਂ ਉੱਥੇ ਉਡਾਇਆ ਸੀਗਾ। ਤੇ ਫਿਰ ਮੋਰ ਨੂੰ ਕੀ ਖੁਰਾਕ ਦਿੰਦੇ ਸੀ? ਜੀ ਮੋਰ ਤਾਂ ਆਪਣਾ ਮੱਕੀ ਦੇ ਦਾਣੇ ਹੋ ਗਏ, ਉਹ ਹੋ ਗਿਆ, ਤੇ ਸ਼ੱਕਰ ਵਾਲਾ ਪਾਣੀ ਬਹੁਤ ਖੁਸ਼ ਹੋ ਕੇ ਪੀਂਦਾ ਤੇ ਮੋਰ ਤਾਂ ਖਾ ਪੀ ਲੈਂਦਾ ਤੇ ਮੋਰ ਨੂੰ ਕੋਈ ਨੌਨ ਵੈਜ ਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਤੁਹਾਡੇ ਕੋਲੇ ਤਾਂ ਫਿਰ ਬੜੇ ਕਾਲਸ ਵੀ ਆਉਂਦੀਆਂ ਹੋਣਗੀਆਂ ਕਿ ਇਹ ਸਾਨੂੰ ਦੇ ਦਿਓ, ਬਾਜ ਸੀ ਜਾਂ ਕੋਈ ਵੀ ਹੋਰ ਜਾਨਵਰ? ਸਾਡੇ ਕੋਲ ਆਪਣਾ ਤੋਤੇ ਹੋ ਗਏ, ਬਾਜ ਹੋ ਗਏ, ਜਿੰਨੇ ਵੀ ਪੰਛੀ ਕੋਈ ਆਉਂਦੇ ਨੇ। ਇੱਕ ਵਾਰ ਸਾਡੇ ਕੋਲ ਇੱਕ ਉੱਲੂ ਆਇਆ ਸੀਗਾ ਜੋ ਵਾਈਟ ਦਾ, ਬਹੁਤ ਹੀ ਰੇਅਰ ਹੁੰਦੇ ਨੇ ਉਹ, ਤੇ ਸਾਨੂੰ ਬਹੁਤ ਸੀ ਕਾਲ ਆਈ ਕਿ ਸਾਨੂੰ ਇਹ ਘਰ 'ਚ ਰੱਖਣਾ ਹੈ। ਅਸੀਂ ਕਦੇ ਵੀ ਕਿਸੇ ਨੂੰ ਵੀ ਇਹ ਪਿੰਜਰੇ 'ਚ ਬੰਦ ਕਰਨ ਲਈ ਨਹੀਂ ਕਹਿੰਦੇ। ਅਸੀਂ ਲੋਕਾਂ ਨੂੰ ਵੀ ਅਪੀਲ ਆਪਣੇ ਮੈਸੇਜ ਰਾਹੀਂ ਇਹੀ ਪਾਉਂਦੇ ਨੇ ਵੀ ਕਿਸੇ ਨੇ ਵੀ ਆਪਣੇ ਘਰ 'ਚ ਕੋਈ ਵੀ ਪੰਛੀ ਪਿੰਜਰੇ 'ਚ ਰੱਖਿਆ ਹੋਇਆ ਤੇ ਉਹਨੂੰ ਨਾ ਰੱਖੋ, ਉਹਨੂੰ ਖੁੱਲੇ ਆਸਮਾਨ 'ਚ ਉਡਾਓ, ਕਿਉਂਕਿ ਇਹ ਪ੍ਰਾਕਿਰਤਿਕ ਉਹਨਾਂ ਦਾ ਘਰ ਹੈ ਤੇ ਪਿੰਜਰਾ ਉਹਨਾਂ ਦਾ ਘਰ ਨਹੀਂ। ਮੈਨੂੰ ਯਾਦ ਆ ਰਹੀ ਹੈ ਇੱਕ ਕਿਤੇ ਮੈਂ ਪੜ੍ਹੀ ਸੀ ਕਿ ਇੱਕ ਪੰਛੀ ਨੂੰ ਤੁਹਾਡੇ ਵਰਗਾ ਸ਼ਖਸ ਕੋਈ ਬੜਾ ਪਿਆਰ ਕਰ ਰਿਹਾ ਹੁੰਦਾ, ਪਿੰਜਰੇ 'ਚ ਕੈਦ ਹੁੰਦਾ, ਉਹਨੂੰ ਖਵਾ ਰਿਹਾ ਹੁੰਦਾ, ਤਾਂ ਉਹ ਪੰਛੀ ਅੰਦਰੋਂ ਕਾਲਪਨਿਕ ਹੈ ਕਿ ਉਹ ਪੁੱਛਦਾ ਕਿ ਜੇ ਮੈਨੂੰ ਇੰਨਾ ਪਿਆਰ ਹੀ ਕਰਦੇ ਹੋ ਤਾਂ ਮੈਨੂੰ ਆਜ਼ਾਦ ਕਿਉਂ ਨਹੀਂ ਕਰ ਦਿੰਦੇ? ਜੀ ਬਿਲਕੁਲ, ਇਹ ਤਾਂ ਗੱਲ ਬਿਲਕੁਲ ਸੱਚ ਹੈ ਜੀ। ਉਹ ਬੋਲ ਨਹੀਂ ਪਾਉਂਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਪਰ ਉਹ ਇੱਕ ਜੇਲ੍ਹ 'ਚ ਬੰਦ ਕਰਨ ਵਾਲਾ ਕੰਮ ਹੁੰਦਾ ਕਿਸੇ ਪੰਛੀ ਨੂੰ। ਤੇ ਅਸੀਂ ਅੰਬਾਲੇ 'ਚ ਵੀ ਇਹੀ ਮੈਸੇਜ ਫੈਲਾਉਂਦੇ ਹਾਂ ਕਿ ਜਿਹਨੇ ਅੰਬਾਲੇ 'ਚ ਕੀ ਸਾਡਾ ਮੈਸੇਜ ਜਿੱਥੇ ਵੀ ਜਾਂਦਾ ਹੈ। ਹਾਲਾਂਕਿ ਹਜੇ ਪਿਛਲੇ ਹਫਤੇ ਅਸੀਂ ਇੱਕ ਮੀਡੀਆ 'ਚ ਨਿਊਜ਼ ਲਵਾਈ ਸੀ ਵੀ ਕਿਸੇ ਨੇ ਵੀ ਕੋਈ ਵਾਈਲਡ ਐਨੀਮਲ ਆਪਣੇ ਘਰ 'ਚ ਕੋਈ ਬੰਦਰ ਸੰਗਲ ਨਾਲ ਬੰਨ੍ਹ ਕੇ ਰੱਖਿਆ ਹੋਇਆ ਜਾਂ ਕੋਈ ਪੰਛੀ, ਤੋਤਾ ਜਾਂ ਕੋਈ ਵੀ ਚਿੜੀਆਂ ਆਪਣੇ ਘਰ 'ਚ ਰੱਖੀਆਂ ਹੋਈਆਂ ਤੇ ਉਹਨੂੰ ਛੱਡ ਦਿਓ। ਤੇ ਬਹੁਤ ਜਿਹੇ ਲੋਕਾਂ ਦੀ ਸਾਡੇ ਕੋਲ ਕਾਲ ਆਈ ਉਹ ਮੈਸੇਜ ਪੜ੍ਹ ਕੇ ਕਿ ਅਸੀਂ ਕਛੂਆ ਰੱਖਿਆ ਹੋਇਆ ਸੀ ਆਪਣੇ ਘਰ 'ਚ ਜਾਰ 'ਚ, ਤੇ ਤੁਹਾਡੇ ਮੈਸੇਜ ਤੋਂ ਪੜ੍ਹਨ ਤੋਂ ਬਾਅਦ ਇਸ ਨੂੰ ਅਸੀਂ ਖੁੱਲ੍ਹੇ ਤਾਲਾਬ 'ਚ ਛੱਡ ਕੇ ਆ ਗਏ ਤੇ ਸਾਨੂੰ ਬਹੁਤ ਮਨ ਨੂੰ ਸਕੂਨ ਮਿਲਿਆ। ਇਹ ਵੀ ਤੁਹਾਡੀ ਵੀ ਚੰਗੀ ਗੱਲ ਹੈ ਕਿ ਤੁਸੀਂ ਸਾਰੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਛੱਡਦੇ ਜਾਂਦੇ ਹੋ। ਪਰ ਜੇ ਹੁਣ 4-5 ਨੇ, ਜੇ ਮੈਂ ਗਿਣਤੀ ਪੁੱਛਣਾ ਚਾਹਾਂ ਪੰਛੀ ਅੱਜ ਤੱਕ, ਜਾਂ ਟੋਟਲ ਜਾਨਵਰਾਂ ਦੀ ਕਿੰਨੀ ਕੁ ਗਿਣਤੀ ਹੋ ਚੁੱਕੀ ਹੋਊਗੀ? ਜੀ ਉਹਦੇ ਵਿੱਚ ਪੰਛੀ, ਉਹਦੇ ਵਿੱਚ ਜਾਨਵਰ? ਜੀ ਬਿਲਕੁਲ, ਅਸੀਂ
10 ਸਾਲ 'ਚ ਘੱਟੋ ਘੱਟ 5000 ਜਾਨਵਰਾਂ ਦਾ ਇਲਾਜ ਕਰ ਚੁੱਕੇ ਹੋਣੇ ਜੀ, ਜਿਹਦੇ ਵਿੱਚ ਬਹੁਤ ਜਿਹੇ ਕੇਸ ਇਹੋ ਜਿਹੇ ਨੇ ਜਿਹੜੇ ਟਿਊਮਰ ਵਾਲੇ ਕੇਸ ਨੇ, ਤੇ ਉਹ ਕੇਸ ਅਸੀਂ ਡਾਕਟਰ ਪ੍ਰਾਈਵੇਟ ਡਾਕਟਰ ਹੈਗੇ, ਡਾਕਟਰ ਮਨਜੀਤ ਰਾਜਪੁਰਾ ਸਾਡਾ ਬਹੁਤ ਐਨਜੀਓ ਨੂੰ ਕੋਆਪਰੇਟ ਕਰਦੇ ਨੇ, ਤੇ ਸਾਡੇ ਕੋਲ ਘੱਟ ਤੋਂ ਘੱਟ ਜਿੰਨਾ ਵੀ ਖਰਚਾ ਹੁੰਦਾ ਉਹਨਾਂ ਘੱਟ ਤੋਂ ਘੱਟ ਲੈਂਦੇ ਨੇ ਜੀ ਉਹ। ਤੇ ਜਿੰਨੇ ਵੀ ਟਿਊਮਰ ਦੇ ਕੇਸ ਤੇ ਓਕੇ ਦੇ ਕੇਸ ਹੁੰਦੇ ਨੇ ਸਾਡੇ ਡਾਕਟਰ ਮਨਜੀਤ ਜੀ ਹੈ ਰਾਜਪੁਰਾ, ਐਡਾ ਵੱਡਾ ਦਿਲ ਕਿੱਥੋਂ ਲੈ ਕੇ ਆਏ? ਕਿਉਂਕਿ ਦੇਖਿਆ ਤਾਂ ਇਹ ਜਾਂਦਾ ਕਿ ਇਨਸਾਨ ਨੂੰ ਸੜਕਾਂ ਤੇ ਮਰਦਾ ਹੋਇਆ ਛੱਡ ਕੇ ਨਹੀਂ ਜਾਂਦਾ, ਗੱਡੀਆਂ ਚੱਲੀ ਜਾਂਦੀਆਂ ਨੇ, ਉਧਰ ਐਕਸੀਡੈਂਟ ਹੋਇਆ ਹੁੰਦਾ ਹੈ, ਤੇ ਤੁਸੀਂ ਇਹਨਾਂ ਜਾਨਵਰਾਂ ਦਾ ਖਿਆਲ ਰੱਖ ਰਹੇ ਹੋ? ਜੀ ਬਿਲਕੁਲ, ਇਹ ਤਾਂ ਅਸੀਂ ਸ਼ੁਰੂ ਤੋਂ 2012 ਤੋਂ ਜੀ, ਜਦੋਂ ਅਸੀਂ ਸਭ ਤੋਂ ਪਹਿਲਾਂ ਇੱਕ ਗੈਂ ਦਾ ਟ੍ਰੀਟਮੈਂਟ ਕੀਤਾ ਸੀ ਜੀ, ਅਤੇ ਸਾਨੂੰ ਮਨ ਨੂੰ ਇੰਨਾ ਸਕੂਨ ਮਿਲਿਆ ਸੀ। ਤੇ ਹੁਣ ਤਾਂ ਗੱਲ ਇਹ ਛੱਡ ਦਿਓ ਕਿ 5000 ਜਾਨਵਰਾਂ ਨੂੰ ਠੀਕ ਕਰਕੇ ਹੁਣ ਤਾਂ ਕਿਤੋਂ ਵੀ ਕੋਲ ਆਉਂਦੀ ਹੈ ਸਾਨੂੰ, ਤੇ ਰੁਕਿਆ ਨਹੀਂ ਜਾਂਦਾ, ਚਾਹੇ ਅੱਧੀ ਰਾਤ 12 ਵਜੇ ਕਿਉਂ ਨਾ ਹੋਣ। ਅਸੀਂ ਦਿਨ 'ਚ ਪ੍ਰਾਈਵੇਟ ਜੋਬ ਵੀ ਕਰਦੇ ਹਾਂ ਜੀ, ਤੇ ਸ਼ਾਮ ਨੂੰ ਜਿੱਦਾਂ ਹੀ ਫ੍ਰੀ ਹੁੰਦੇ ਆ। ਕੀ ਕਰਦੇ ਹੋ ਜੀ? ਮੈਂ ਵਾਈਲਡ ਲਾਈਫ ਡਿਪਾਰਟਮੈਂਟ 'ਚ ਹੁਣ ਮੈਨੂੰ ਉਹਨਾਂ ਨੇ ਰੱਖਿਆ ਹੈ ਜੀ, ਵਾਈਲਡ ਐਨੀਮਲ ਦੀ ਸਿਕਿਉਰਿਟੀ ਵਾਸਤੇ, ਕਿ ਕੋਈ ਵੀ ਵਾਈਲਡ ਐਨੀਮਲ ਉਹ ਹੁੰਦਾ ਹੈ। ਤੇ ਉਸ ਤੋਂ ਪਹਿਲਾਂ ਸਾਡੇ ਜਿੰਨੇ ਵੀ ਮੈਂਬਰ ਨੇ ਉਹ ਸ਼ਾਮ ਨੂੰ, ਦਿਨ 'ਚ ਕੱਪੜਾ ਮਾਰਕੀਟ ਤੇ ਜੋਬ ਕਰਦੇ ਨੇ, ਤੇ ਸ਼ਾਮ ਨੂੰ ਜਿੱਦਾਂ ਹੀ 7 ਵਜੇ ਫ੍ਰੀ ਹੁੰਦੇ ਨੇ ਤੇ ਉਹ ਮੈਨੂੰ ਕਾਲ ਕਰਦੇ ਨੇ ਵੀ ਕਿੱਥੋਂ ਕਾਲ ਆਈ ਹੈ, ਤੇ ਉੱਥੇ ਤੁਹਾਡਾ ਖਰਚਾ ਕਿੱਦਾਂ ਚੱਲਦਾ? ਜੀ ਬਿਲਕੁਲ, ਅਸੀਂ 8-10 ਮੈਂਬਰ ਨੇ, ਤੇ ਸਾਡੇ 8-10 ਅੰਬਾਲੇ 'ਚ ਮੰਥਲੀ ਇਹੋ ਜਿਹੇ ਮੈਂਬਰ ਨੇ ਜੋ ਕਹਿੰਦੇ ਨੇ ਸਾਨੂੰ ਜਿੰਨੀ ਦਵਾਈਆਂ ਲੱਗਦੀਆਂ ਸਾਡੇ ਤੋਂ ਲਓ, ਤੇ ਤੁਸੀਂ ਜਾਨਵਰਾਂ ਦਾ ਇਲਾਜ ਕਰਦੇ ਰਹੋ। ਇਸ ਤੋਂ ਇਲਾਵਾ ਕਦੇ ਕਿਸੇ ਹਿਊਮਨ ਬੀਇੰਗ ਦਾ ਕੋਈ ਐਕਸੀਡੈਂਟ ਦੇ ਵਿੱਚ ਕੋਈ ਰੈਸਕਿਊ ਕੀਤਾ ਕੋਈ, ਜਾਂ ਫਿਰ ਜਾਨਵਰ ਤੇ ਜ਼ਿਆਦਾ ਖਿਆਲ ਰਹਿੰਦਾ? ਨਹੀਂ ਜੀ ਬਿਲਕੁਲ, ਸਾਡੇ ਜੋ ਟੀਮ ਮੈਂਬਰ ਨੇ ਇਹ ਸਭ ਨੂੰ ਅਸੀਂ ਹਰ ਮਹੀਨੇ ਮੀਟਿੰਗ 'ਚ ਇਹੀ ਕਹਿੰਦੇ ਨੇ ਵੀ ਜਿੰਨੀ ਕਿਸੇ ਹੋਰ ਦੀ ਹੈਲਪ ਹੁੰਦੀ ਹੈ ਜ਼ਰੂਰ ਕਰੋ। ਤੇ ਸਾਨੂੰ ਕੋਈ ਵੀ ਐਕਸੀਡੈਂਟ ਕੇਸ ਸ਼ਹਿਰ 'ਚ ਆਉਂਦੇ ਜਾਂਦੇ ਕਿਤੇ ਵੀ ਕਿਸੇ ਵੀ ਮੈਂਬਰ ਨੂੰ ਸਾਡੇ ਨੂੰ ਦਿਖ ਜੇ, ਉਹਨੂੰ ਹਸਪਤਾਲ ਲੈ ਕੇ ਜਾਂਦਾ ਹੈ। ਤੇ ਅਸੀਂ ਬਹੁਤ ਜੇ ਇਹੋ ਜਿਹੇ ਬੰਦਿਆਂ ਦਾ ਇਲਾਜ ਵੀ ਕਰ ਚੁੱਕੇ ਨੇ ਜਿਨ੍ਹਾਂ ਦੇ ਲੱਤ 'ਚ ਤੇ ਸਰੀਰ 'ਚ ਕੀੜੇ ਤੱਕ ਚੱਲ ਰਹੇ ਹੁੰਦੇ ਨੇ। ਸਾਨੂੰ 2016 'ਚ ਇੱਕ ਸਿਰਫ ਜਾਨਵਰਾਂ ਤੱਕ ਸੀਮਤ ਨਹੀਂ ਹੈ। ਹਾਂ ਬਿਲਕੁਲ, ਜਾਨਵਰਾਂ ਤੱਕ ਸੀਮਤ ਨਹੀਂ ਜੀ, ਕਿ ਕੋਈ ਬੰਦੇ ਦਾ ਇਲਾਜ ਵੀ, ਕੋਈ ਲਵਾਰਿਸ ਬੰਦਾ ਸਾਨੂੰ ਅੰਬਾਲੇ 'ਚ, ਕੋਈ ਲਵਾਰਿਸ ਡੈੱਡ ਬੋਡੀ ਸਾਨੂੰ ਅੰਬਾਲੇ 'ਚ ਮਿਲ ਜਾਵੇ ਤਾਂ ਉਹਦਾ ਸੰਸਕਾਰ ਵੀ ਸਾਡੀ ਟੀਮ ਵੱਲੋਂ ਕਰਾਇਆ ਜਾਂਦਾ ਹੈ। ਤੇ ਸਾਨੂੰ 2016 'ਚ ਇੱਕ ਕਾਲ ਆਈ ਇੱਥੇ ਅੰਬਾਲੇ ਸ਼ਹਿਰ 'ਚ ਜੀ, ਇੱਕ ਗੀਤਾ ਨਗਰੀ ਕਲੋਨੀ ਪੈਂਦੀ ਹੈ, ਉੱਥੇ ਇੱਕ ਲੇਡੀਜ਼ ਇੱਕ ਮੰਜੇ ਤੇ ਆਪਣੇ ਘਰ 'ਚ ਪਈ ਜੀ, ਉਹਦਾ ਜਿਹੜਾ ਘਰ ਵਾਲਾ ਸੀਗਾ ਉਹਨਾਂ ਦੇ ਕੋਈ ਬੱਚਾ ਨਹੀਂ ਸੀਗਾ, ਤੇ ਉਹਨਾਂ ਦਾ ਘਰ ਵਾਲਾ ਮੰਦਬੁੱਧੀ ਸੀਗਾ, ਉਹਦੇ ਨਾਲ ਬਹਿ ਕੇ ਰੋਟੀ ਖਾ ਰਿਹਾ ਸੀ। ਤੇ ਸਾਨੂੰ ਮਹੱਲੇ 'ਚੋਂ ਕਿਸੇ ਦੇ ਕੋਲ ਆਈ ਕਿ ਇੱਥੇ ਲੇਡੀਜ਼ ਦੇ ਕੀੜੇ ਪਏ ਹੋਏ ਨੇ। ਜਦੋਂ ਸਾਡੀ ਟੀਮ ਉੱਥੇ ਪਹੁੰਚੀ ਤਾਂ ਮਹੱਲੇ ਤੋਂ 50 ਘਰ ਦੂਰ ਹੀ ਸਾਨੂੰ ਸਮੈਲ ਆਉਣੀ ਸ਼ੁਰੂ ਹੋ ਗਈ ਸੀ, ਇੰਨੇ ਉਸ ਲੇਡੀਜ਼ ਦੇ ਸਰੀਰ 'ਚ ਕੀੜੇ ਪਏ ਹੋਏ ਸੀ ਕਿ ਉਹ ਇੱਕ ਜਿੰਦੀ ਸੀ। ਤੇ ਜਦੋਂ ਸਾਡੀ ਟੀਮ ਉੱਥੇ ਗਈ ਤਾਂ ਡਬਲ ਮਾਸਕ ਤੇ ਗਲਵਸ ਪਾਏ ਹੋਏ, ਤੇ ਸਾਡਾ ਹੌਸਲਾ ਨਹੀਂ ਪਿਆ ਕਿ ਅਸੀਂ ਅੰਦਰ, ਜਦ ਕਿ ਅਸੀਂ ਜਾਨਵਰਾਂ ਦਾ ਇਲਾਜ ਕਰਦੇ ਹਾਂ, ਜਦੋਂ ਅਸੀਂ ਮਾਸਕ ਤੇ ਗਲਵਸ ਪਾ ਕੇ ਅੰਦਰ ਗਏ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਉੱਥੇ ਰੂਮ ਫਰੈਸ਼ਨਰ ਮੰਗਾਏ 5-6, ਪਹਿਲਾਂ ਰੂਮ ਨੂੰ ਫਰੈਸ਼ ਕੀਤਾ। ਤੇ ਉਹ ਤੋਂ ਬਾਅਦ ਜਦੋਂ ਸਾਨੂੰ 3 ਦਿਨ ਉਸ ਲੇਡੀਜ਼ ਦੇ 2-2 ਘੰਟੇ ਲੱਗੇ ਲੇਡੀਜ਼ ਦੇ ਕੀੜੇ ਕੱਢਣ, ਉਹਦੇ ਪੂਰੇ ਢਿੱਡ 'ਚ ਕੀੜੇ ਪਏ ਹੋਏ ਸੀ, ਤੇ ਉਹ ਕੀੜੇ ਕੱਢ ਕੇ ਉਹ ਲੇਡੀਜ਼ ਬਿਲਕੁਲ ਠੀਕ ਹੋ ਗਈ ਸੀ ਜੀ। 2 ਮਹੀਨੇ ਬਾਅਦ ਉਹ ਲੇਡੀਜ਼ ਖੜੀ ਹੋ ਕੇ ਰੋਟੀ ਖਾਣ ਪੀਣ ਲੱਗੀ ਸੀ। ਜਦੋਂ ਕਿਸੇ ਨੂੰ ਲੈ ਕੇ ਆਉਂਦੇ ਬਿਮਾਰ ਨੂੰ, ਜਿਸ ਤਰੀਕੇ ਨਾਲ ਤੁਸੀਂ ਕਿਸੇ ਲੇਡੀਜ਼ ਦੀ ਗੱਲ ਦੱਸੀ, ਜਾਂ ਫਿਰ ਜਦੋਂ ਕਿਸੇ ਜਾਨਵਰ ਨੂੰ ਜਿਸ ਤਰੀਕੇ ਦੇ ਨਾਲ ਗੁਰਬਾਜ਼ ਨੂੰ ਜਦੋਂ ਉਡਾਨ ਦਿੱਤੀ, ਤਾਂ ਜਦੋਂ ਉਹ ਸਕਸੈਸਫੁਲ ਹੋ ਜਾਂਦਾ, ਜਾਂ ਜਦੋਂ ਜਾਨਵਰ ਜਾਂ ਜਿਹਨੂੰ ਵੀ ਤੁਸੀਂ ਟਰੀਟ ਕਰ ਰਹੇ ਹੁੰਦੇ ਹੋ ਉਹ ਠੀਕ ਹੋ ਜਾਂਦਾ, ਉਦੋਂ ਦੱਸਣਾ ਚਾਹੋਗੇ ਕਿਸ ਤਰੀਕੇ ਦੇ ਜਜ਼ਬਾਤ ਕੀ ਹੁੰਦੇ ਨੇ, ਕਿੰਨੀ ਕੁ ਖੁਸ਼ੀ ਸ਼ਬਦਾਂ 'ਚ ਬਿਆਨ ਕਰ ਸਕਦੇ ਹੋ? ਜੀ ਬਿਲਕੁਲ, ਮੈਂ ਤਾਂ ਵੈਸੇ ਤਾਂ ਜੋ ਮਨ ਨੂੰ ਸਕੂਨ ਮਿਲਦਾ ਉਹ ਤਾਂ ਦੱਸ ਨਹੀਂ ਸਕਦੇ, ਸ਼ਬਦਾਂ 'ਚ ਤਾਂ ਦੱਸ ਹੀ ਨਹੀਂ ਸਕਦੇ। ਕਿ ਜਦੋਂ ਉਹ ਲੇਡੀਜ਼ ਉੱਠ ਕੇ 2 ਮਹੀਨੇ ਬਾਅਦ ਖੜੀ ਹੋਈ ਸੀ ਤਾਂ ਉਹਨੇ ਸਾਨੂੰ ਕਿਹਾ ਕਿ ਵੀਰੇ ਹੁਣ ਮੈਂ ਪਹਿਲਾਂ ਨਾਲੋਂ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ, ਤੇ ਮੈਂ ਹੁਣ ਖਾਣ ਪੀਣ ਵੀ ਲੱਗੀ ਹਾਂ। ਤਾਂ ਸਾਨੂੰ ਸਾਡੀ ਟੀਮ ਨੂੰ ਉਦੋਂ ਇੰਨਾ ਹੌਸਲਾ ਮਿਲਿਆ ਸੀ ਕਿ ਅਸੀਂ ਇਹ ਕੰਮ ਕਦੇ ਨਹੀਂ ਛੱਡਣਾ। ਤੇ ਹਾਲ ਹੀ 'ਚ ਹਜੇ ਪਿਛਲੇ ਨਵੰਬਰ 'ਚ ਇੱਕ ਅੰਕਲ ਨੇ, ਅਮਰਜੀਤ ਨਾਮ ਸੀਗਾ ਉਹਨਾਂ ਦਾ, ਸਾਨੂੰ ਪਟਿਆਲਾ ਤੋਂ ਕਿਸੇ ਹੋਰ ਐਨਜੀਓ ਦੀ ਕਾਲ ਆਈ ਤੇ ਕਿ ਇਦਾਂ ਇੱਕ ਤੁਹਾਡੇ ਅੰਬਾਲੇ 'ਚ ਨੇ, ਉਹਨਾਂ ਦੀ ਲੱਤ 'ਚ ਕੀੜੇ ਪਏ ਹੋਏ ਨੇ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਅਸੀਂ ਉਹਨਾਂ ਦੀ ਰਿਪੋਰਟਾਂ ਦੇਖੀ, ਡਾਕਟਰ ਪੀਜੀਆਈ ਦੇ ਡਾਕਟਰਾਂ ਨੇ ਉਹਨੂੰ ਲੱਤ ਰਿਮੂਵ ਕਰਨੇ ਵਾਸਤੇ, ਕਿਉਂਕਿ ਉਹਨਾਂ ਸ਼ੂਗਰ ਬਹੁਤ ਸੀਗਾ, ਕਿ ਲੱਤ ਤੁਹਾਡੀ ਗੋਡੇ ਤੋਂ ਰਿਮੂਵ ਹੋਊਗੀ। ਪਰ ਸਾਡੀ ਟੀਮ ਮੈਂਬਰਾਂ ਨੇ ਕਿਹਾ ਵੀ ਇੱਕ ਵਾਰ ਆਪਾਂ ਕੋਸ਼ਿਸ਼ ਕਰਕੇ ਦੇਖਦੇ ਹਾਂ, ਲੱਤ ਤਾਂ ਰਿਮੂਵ ਹੋਣੀ ਹੈ। ਪਰ 23 ਨਵੰਬਰ ਨੂੰ ਅਸੀਂ ਉਹ ਕੇਸ ਫੜਿਆ ਸੀਗਾ ਜੀ, ਲਾਸਟ 23 ਨਵੰਬਰ ਨੂੰ, ਤੇ ਮਾਰਚ 'ਚ ਤੇ ਉਹਨਾਂ ਦਾ ਬਿਲਕੁਲ ਲੱਤ ਆਪਾਂ ਨੇ ਬਿਲਕੁਲ ਠੀਕ ਕਰਤੀ ਸੀ। ਤੇ ਕੋਈ ਕਹਿ ਨਹੀਂ ਸਕਦਾ ਕਿ ਉਹਨਾਂ ਦੀ ਲੱਤ ਗੋਡੇ ਤੋਂ ਲੈ ਕੇ ਨੀਚੇ ਤੱਕ ਗਲੀ ਹੋਈ ਸੀ। ਹੁਣ ਉਹ ਬਿਲਕੁਲ ਠੀਕ ਨੇ, ਤੇ ਆਪਣੀ ਦੋਨੋਂ ਲੱਤਾਂ 'ਤੇ ਚੱਲ ਫਿਰ ਰਹੇ ਨੇ। 2 ਅਜਿਹੇ ਕੋਈ ਟਾਈਮ ਪੀਰੀਅਡ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਕੀ ਪਿਆ ਇਸ ਕੰਮ ਦੇ ਵਿੱਚ ਕਿ ਨਹੀਂ, ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਜਾਂ ਫਿਰ ਕੋਈ ਅਜਿਹਾ ਪੁਆਇੰਟ ਜਦੋਂ ਲੱਗਿਆ ਹੋਵੇ ਕਿ ਯਾਰ ਇਹ ਜਿਹੜਾ ਕੰਮ ਕਰ ਰਹੇ ਹਾਂ ਬੜਾ ਚੰਗਾ ਕਰ ਰਹੇ ਹਾਂ,
ਇਹ ਰੱਬ ਨੇ ਸਾਡੇ ਹਿੱਸੇ ਇਹ ਸੇਵਾ ਦਿੱਤੀ ਹੈ ਤਾਂ ਅਸੀਂ ਭਾਗਾਂ ਵਾਲੇ ਹਾਂ। ਜੀ ਬਿਲਕੁਲ, ਅਸੀਂ ਜੋ ਇਹ ਸੇਵਾ ਕਰ ਰਹੇ ਨੇ, ਸਾਡੀ ਜੋ ਸਾਨੂੰ ਲੋਕ ਪਿਆਰ ਦੇ ਰਹੇ ਨੇ ਇੰਨਾ ਸਾਡੇ ਅੰਬਾਲੇ 'ਚ, ਕਿ ਦੂਰ ਦੂਰ ਸਾਨੂੰ ਸਾਡੇ NGO ਨੂੰ ਬਹੁਤ ਲੋਕ ਜਾਣਦੇ ਨੇ। ਮੈਂ ਹੁਣੇ ਤਾਂ ਹਾਲਾਂਕਿ ਬੀਕਾਨੇਰ ਇੱਕ NGO ਹੈ ਜੀ, ਉਹਨਾਂ ਨੇ ਸਾਨੂੰ ਸਨਮਾਨਿਤ ਵੀ ਕੀਤਾ ਹੈ ਤੇ ਸਾਡੇ ਅੰਬਾਲੇ ਦਾ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਹੈ, ਉਹ ਸਾਡਾ ਪੂਰਾ ਸਹਿਯੋਗ ਕਰਦਾ ਹੈ ਤੇ ਤਾਂ ਕਰਕੇ ਸਾਨੂੰ ਇਹ ਕੰਮ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਜਦੋਂ ਤੱਕ ਸਾਡਾ ਇਹ ਜੀਵਨ ਹੈ। ਟੁੱਟਿਆ ਕਿ ਯਾਰ ਕਿਹੜੇ ਕੰਮੀ ਪੈ ਗਏ? ਕਈ ਵਾਰ ਲੋਕਾਂ ਦੇ ਜਦੋਂ ਮੈਂ ਉਹੀ ਪੁੱਛਣਾ ਚਾਹ ਰਿਹਾ, ਕਦੇ ਕਿਸੇ ਨੇ ਪਾਗਲ ਵੀ ਕਹਤਾ ਹੋਊਗਾ? ਹਾਂ ਬਿਲਕੁਲ ਜੀ, ਕਈ ਵਾਰ ਸਾਨੂੰ ਅੰਬਾਲੇ 'ਚ ਜਿੱਦਾਂ ਸਾਨੂੰ ਅੱਜ ਸ਼ਾਮ ਨੂੰ 8-9 ਕਾਲਾਂ ਆਈਆਂ ਸੀ, 2 ਜਾਂ 3 ਜਾਂ 4 ਰਾਤ ਨੂੰ 1 ਵਜੇ ਤੱਕ ਲਿਮਿਟ ਹੁੰਦੀ ਹੈ ਸਾਡੀ, 12-1 ਵਜੇ ਤੱਕ, ਕਿਉਂਕਿ ਸਵੇਰੇ ਫੇਰ ਕੰਮ ਤੇ ਜਾਣਾ ਹੁੰਦਾ ਹੈ ਜੀ। ਜਦੋਂ ਰਾਤ ਨੂੰ 12-1 ਵਜੇ ਤੱਕ ਅਸੀਂ 2 ਜਾਂ 3 ਕਾਲ ਕਰਤੀ, ਜਿਹੜੇ 5 ਕਾਲਾਂ ਅਸੀਂ ਨਹੀਂ ਅਟੈਂਡ ਕਰ ਪਾਏ ਜਾਂ ਅਸੀਂ ਫੋਨ ਨਹੀਂ ਪਿਕ ਕਰ ਪਾਏ ਜਾਂ ਉੱਥੇ ਪਹੁੰਚ ਨਹੀਂ ਪਾਏ, ਤਾਂ ਬਹੁਤ ਜੇ ਲੋਕ ਅਗਲੇ ਦਿਨ ਮੈਸੇਜ ਕਰਦੇ ਨੇ ਵੀ ਤੁਸੀਂ ਅਸੀਂ ਤੁਹਾਨੂੰ ਫੋਨ ਕੀਤਾ ਸੀ, ਤੁਸੀਂ ਨਹੀਂ ਆਏ। ਤੇ ਸਾਨੂੰ ਕਈ ਵਾਰ ਸਾਡੀ ਟੀਮ ਮੈਂਬਰਾਂ ਨੂੰ ਲੱਗਦਾ ਹੈ, ਪਰ ਆਪਾਂ ਆਪਣਾ 100% ਕੰਮ ਕਰਦੇ ਨੇ 7 ਵਜੇ ਤੋਂ ਲੈ ਕੇ 12 ਵਜੇ ਤੱਕ, ਜਿੰਨਾ ਵੀ ਸਾਡੇ ਕੋਲ ਇਲਾਜ ਹੋਏ। ਤੇ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਜਿਹੜਾ ਸਭ ਤੋਂ ਜ਼ਿਆਦਾ ਸੀਰੀਅਸ ਕੇਸ ਹੋਏ ਪਹਿਲਾਂ ਅਸੀਂ ਉਹਨੂੰ ਫੜੀਏ ਤੇ ਉਹਨੂੰ ਠੀਕ ਕਰਕੇ ਹੀ ਅਗਲਾ ਨਵਾਂ ਕੇਸ ਫੜੀਏ, ਚਾਹੇ ਸਾਨੂੰ ਕੋਈ ਨਵੇਂ ਕੇਸ ਦੀ ਕੋਲ ਆ ਜੇ, ਪਰ ਅਸੀਂ ਜਦੋਂ ਤੱਕ ਪੁਰਾਣਾ ਨਾ ਠੀਕ ਕਰੀਏ ਤਾਂ ਕਰਕੇ ਅਸੀਂ ਨਵੇਂ 'ਚ ਉਲਝਦੇ ਨਹੀਂ, ਇੱਕ ਪਿੱਛੇ ਛੱਡ ਦਈਏ, ਅੱਗੇ ਨਵਾਂ ਫੜ ਲਈਏ ਤੇ ਉਹਦੇ ਨਾਲ ਫਿਰ ਉਹ ਇੱਕ ਦਿਖਾਵਾ ਰਹਿ ਜਾਂਦਾ। ਕਦੇ ਕਿਸੇ ਨੇ ਮੂਰਖ ਪਾਗਲ ਕਿਹਾ ਕਿ ਇਸ ਕੰਮ ਦੇ ਵਿੱਚ ਕਿੱਧਰ ਲੱਗੇ ਪਏ ਨੇ? ਜੀ ਬਿਲਕੁਲ, ਬਹੁਤ ਜੇ ਲੋਕ ਸਾਨੂੰ ਦੇਖ ਕੇ ਸੜਕਾਂ ਤੇ ਦੇਖ ਕੇ, ਜੀ ਬਿਲਕੁਲ ਸੜਕਾਂ ਤੇ ਦੇਖ ਕੇ ਸਾਨੂੰ ਬਹੁਤ ਲੋਕ ਇਦਾਂ ਵੀ ਕਹਿੰਦੇ ਨੇ ਵੀ ਇਹ ਨੌਜਵਾਨ ਪੀੜ੍ਹੀ ਹੈ ਤੇ ਕਿੱਥੇ ਸੜਕਾਂ ਤੇ ਕਦੇ ਕੁੱਤੇ ਚੱਕਦੇ ਫਿਰਦੇ ਨੇ, ਜ਼ਖਮੀ ਕਦੇ ਗਾਇਆਂ ਦਾ ਇਲਾਜ ਕਰਦੇ ਫਿਰਦੇ ਨੇ, ਪਰ ਸਾਡਾ ਹੌਸਲਾ ਨਹੀਂ ਕਦੇ ਵੀ ਟੁੱਟਦਾ। ਇਹ ਨਾਲ ਦੇ ਸਾਥੀ ਨੇ ਤੁਹਾਡੇ? ਜੀ ਬਿਲਕੁਲ, ਇਹ ਸਾਗਰ ਨੇ ਸਾਡੇ। ਸਾਗਰ, ਤੁਹਾਡੇ ਕੋਲੇ ਕੋਈ ਕਿੱਸਾ ਹਾਸੇ ਹੋ ਤੁਸੀਂ? ਹੈ ਤੁਹਾਡੇ ਕੋਲੇ ਕੋਈ ਗੱਲ? ਨਹੀਂ, ਇਹ ਤਾਂ ਜੀ ਲੋਕ ਕਹਿੰਦੇ ਰਹਿੰਦੇ ਨੇ ਕਿ ਇਹ ਤਾਂ ਪਾਗਲ ਹੀ ਹੈ, ਜਿਹੜਾ ਕੁੱਤਾ ਬਿੱਲਾ ਦੇਖੇ ਚੱਕ ਕੇ ਹੋ ਜਾਂਦੇ ਨੇ। ਇਹ ਵੀ ਜਨੂਨ ਵਾਲੀ ਗੱਲ ਹੀ ਹੈ ਨਾ? ਜੀ ਬਿਲਕੁਲ। ਕੋਈ ਮੈਸੇਜ ਦੇਣਾ ਚਾਹੋਗੇ ਕਿ ਕਿਤੇ ਕਿਤੇ ਵੀ ਦੇਖਿਆ ਕਿ ਜਾਨਵਰਾਂ ਦੇ ਨਾਲ ਜਿਹੜਾ ਗਲਤ ਵਿਵਹਾਰ ਵੀ ਕਰਦੇ ਨੇ ਲੋਕ, ਹਾਲਾਂਕਿ ਘਰਾਂ ਦੇ ਵਿੱਚ ਬੰਨੇ ਹੁੰਦੇ ਨੇ, ਪਰ ਫਿਰ ਵੀ ਉਸ ਤਰੀਕੇ ਦੇ ਨਾਲ ਨਹੀਂ ਪਿਆਰ ਮਿਲਦਾ। ਬਾਹਰ ਵੀ ਅਸੀਂ ਦੇਖਦੇ ਹਾਂ ਇਨਸਾਨ ਜਾਨਵਰਾਂ ਨੂੰ ਗਲਤ ਨਿਗਾਹ ਦੇ ਨਾਲ ਦੇਖਦਾ ਹੈ ਜਾਂ ਫਿਰ ਦੁਰਦਸ਼ਾ ਵੀ ਕੀਤੀ ਜਾਂਦੀ ਹੈ। ਜੀ ਬਿਲਕੁਲ, ਮੈਂ ਤਾਂ ਤੁਹਾਡੇ ਰੋਜ਼ਾਨਾ ਸਪੋਕਸਮੈਨ ਚੈਨਲ ਦੇ ਰਾਹੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਤੇ ਤੁਹਾਡੇ ਦਰਸ਼ਕਾਂ ਨੂੰ ਜਿਹੜੇ ਇਹ ਨਿਊਜ਼ ਦੇਖ ਰਹੇ ਨੇ ਉਹਨਾਂ ਨੂੰ ਇਹੀ ਮੈਂ ਅਪੀਲ ਕਰਾਂਗਾ ਕਿ ਕਿਤੇ ਵੀ ਤੁਹਾਡੇ ਲਾਗ ਨੇੜੇ ਕੋਈ ਵੀ ਜਾਨਵਰ ਬੇਜ਼ੁਬਾਨ ਇਹ ਬੋਲ ਨਹੀਂ ਸਕਦੇ, ਕੋਈ ਵੀ ਪਰੇਸ਼ਾਨ ਹੋਏ, ਕੋਈ ਜ਼ਖਮੀ ਹੋਏ, ਉਹਦੇ ਤੱਕ ਮਦਦ ਪਹੁੰਚਾਓ। ਤੁਸੀਂ ਖੁਦ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਬੋਲ ਕੇ ਉੱਥੇ ਮਦਦ ਪਹੁੰਚਾਓ, ਡਾਕਟਰ ਦਾ ਉਪਚਾਰ ਕਰਾਓ। ਤੇ ਕਿਸੇ ਨੇ ਕੋਈ ਪਸ਼ੂ ਨਾਲ ਕਰੂਰਤਾ ਕੀਤੀ ਹੋਏ ਜਾਂ ਪਸ਼ੂ ਨੂੰ ਕੋਈ ਤੰਗ ਕਰ ਰਿਹਾ ਹੋਏ ਜਾਂ ਸੰਗਲ ਨਾਲ ਬੰਨ੍ਹ ਰਿਹਾ ਹੋਏ ਜਾਂ ਕੋਈ ਗਾਂ ਨੂੰ ਮਾਰ ਰਿਹਾ, ਕੋਈ ਕੁੱਤੇ ਨੂੰ ਮਾਰ ਰਿਹਾ, ਤਾਂ ਉਹਨੂੰ ਰੋਕੋ। ਤੇ ਜੇ ਨਹੀਂ ਰੁਕਦਾ ਤਾਂ ਉਹਦੇ ਖਿਲਾਫ ਪਸ਼ੂ ਕਰੂਰਤਾ ਦੇ ਨਿਯਮ ਦੇ ਖਿਲਾਫ ਮਾਮਲਾ ਵੀ ਦਰਜ ਕਰਾਓ। ਤੇ ਜਿੰਨਾ ਹੋ ਸਕੇ ਪ੍ਰਾਕਿਰਤਿਕ ਨੂੰ ਤੇ ਪ੍ਰਕਿਰਤੀ ਬਣਾਏ ਹੋਏ ਜੀਵਾਂ ਨੂੰ, ਇਸ ਧਰਤੀ ਤੇ ਹਰੇਕ ਜੀਵ ਦਾ ਪੂਰਾ ਅਧਿਕਾਰ ਹੈ, ਜਿੱਦਾਂ ਮਾਨਵ ਰਹਿਣ ਆਪਣਾ ਇਨਸਾਨ ਰਹਿ ਰਹੇ ਨੇ ਉੱਥੇ ਹੀ ਬੇਜ਼ੁਬਾਨਾਂ ਦਾ ਵੀ ਪੂਰਾ ਅਧਿਕਾਰ ਹੈ ਤੇ ਉਹਨਾਂ ਦੀ ਵੀ ਰੱਖਿਆ ਕਰੋ। ਸੋ ਬਿਲਕੁਲ, ਇੱਥੇ ਹਰ ਇੱਕ ਨੂੰ ਜਿਸ ਨੂੰ ਵੀ ਕੁਦਰਤ ਨੇ ਇੱਥੇ ਸਾਹ ਦੇ ਕੇ ਭੇਜੇ ਨੇ ਉਸ ਨੂੰ ਜੀਣ ਦਾ ਇੱਥੇ ਪੂਰਾ ਹੱਕ ਹੈ ਤੇ ਸਾਡਾ ਇਹ ਤਾਂ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਦੇ ਸਾਹ ਉਹਨਾਂ ਤੋਂ ਖੋਈਏ, ਪਰ ਇਹ ਜ਼ਰੂਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਖਿਆਲ ਰੱਖੀਏ, ਉਹਨਾਂ ਦੀ ਸੇਵਾ ਕਰੀਏ। ਤਾਂ ਇਹੀ ਚੰਗੀ ਇਨਸਾਨੀਅਤ ਹੈ, ਇਹੀ ਇਨਸਾਨੀਅਤ ਦਿਖਾਉਣ ਦੇ ਲਈ ਅੱਜ ਤੁਹਾਨੂੰ ਭਾਰਤ ਕੋਲੇ ਲੈ ਕੇ ਆਏ ਸੀ। ਉਮੀਦ ਕਰਦਾ ਕਿ ਤੁਹਾਨੂੰ ਇਹ ਇੰਟਰਵਿਊ ਚੰਗੀ ਜ਼ਰੂਰ ਲੱਗੀ ਹੋਊਗੀ। ਤੁਸੀਂ ਵੀ ਆਪਣੇ ਕੀਮਤੀ ਸੁਝਾਅ ਸਾਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦਿਓ। ਕੈਮਰਾਮੈਨ ਬਿੰਤੇਸ਼ ਦੇ ਨਾਲ ਮੈਂ ਸ਼ੈਸ਼ਵ ਨਾਗਰਾ, ਅੰਬਾਲਾ।